ਪਹਿਲਾਂ ਮੈਂ ਤਾਂ ਚੰਡੀਗੜ੍ਹ ਤੋਂ ਬਾਹਰ ਪੈਰ ਹੀ ਨਹੀਂ ਸੀ ਕੱਢਿਆ ਤੇ ਮੈਨੂੰ ਦਿੱਲੀ ਲੈ ਗਏ ਓਬਰਾਏ ਕੰਟੀਨੈਂਟਲ ਹੋਟਲ 'ਚ। ਸ਼ਾਇਦ ਜੇ ਮੈਂ ਬੰਬੇ ਹੁੰਦੀ ਤਾਂ ਪਤਾ ਨਹੀਂ ਕਿੱਥੇ ਹੁੰਦੀ। ਤੇ ਅੱਜ ਕੱਲ੍ਹ ਬੰਦੂਕਾਂ ਵਾਲੇ ਗੀਤ ਠਾ 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 ਉਹ ਕੌਣ ਸੁਣੇਗਾ? ਸਿਰਫ ਨਵੀਂ ਜਨਰੇਸ਼ਨ। ਚਾਹੇ ਕਿਸੇ ਨੂੰ ਗਾਣਾ ਆਉਂਦਾ ਚਾਹੇ ਕਿਸੇ ਨੂੰ ਨਹੀਂ ਆਉਂਦਾ, ਜ਼ਮੀਨ ਵੇਚੀ ਤੇ ਆਪਣਾ ਗਾਣਾ ਕੱਢ ਲਿਆ। ਤੇ ਅੱਜ ਕੱਲ੍ਹ ਕੈਸਟ ਦਾ ਦੌਰ ਜਿਹੜਾ ਵੀ ਹੈ ਉਹ ਵੀ ਬੜਾ ਮਹਿੰਗਾ ਹੈ। 20-25 ਲੱਖ ਇੱਕ ਪ੍ਰੋਜੈਕਟ ਦਾ ਹੀ ਲੱਗਦਾ, ਇੱਕ ਜੂਆ ਹੈ। ਚੜ ਗਿਆ ਠੀਕ ਹੈ, ਨਹੀਂ ਚੜਿਆ ਤਾਂ ਗਏ। ਤੂੰ ਸਟੇਜ ਤੇ ਖੜੀ ਕਿਵੇਂ? ਉੱਤਰ ਥੱਲੇ। ਹਾਂ, ਤੈਨੂੰ ਕਿਹਨੇ ਬੁਲਾਇਆ? ਇਹ ਤੈਨੂੰ ਇਹ ਨਹੀਂ ਪਤਾ। ਹੁਣ ਵੀ ਅਸੀਂ ਜਾਂਦੇ ਹਾਂ ਲੇਡੀ ਸੰਗੀਤ ਤੇ ਕਰਦੇ ਹਾਂ। ਅਸੀਂ ਜਦੋਂ ਘੋੜੀਆਂ ਸੁਹਾਗ ਸ਼ੁਰੂ ਕਰਦੇ ਹਾਂ, ਕਈ ਯੰਗ ਬੱਚੇ ਆਉਂਦੇ ਉਹ ਆ ਕੇ ਵਿੱਚੋਂ ਆ ਕੇ ਕਹਿਣਗੇ ਕੀ ਲਾਤਾ, ਬੰਦ ਕਰੋ। ਅਸੀਂ ਵੀ ਚਲਾਇਆ, ਮੈਂ ਵੀ ਅੱਜ ਇਸ ਘਰ 'ਚ ਬੈਠੀ ਹਾਂ, ਇਹਦੀ ਬਦੌਲਤ ਹੀ ਬੈਠੀ ਹਾਂ। ਅਸੀਂ ਜ਼ੀਰੋ ਤੋਂ ਉੱਠੇ ਹਾਂ। ਗੁਫ਼ਤਗੂ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਿੱਥੇ ਲੋਕ ਗੀਤ ਸੱਭਿਆਚਾਰ ਦਾ ਸਰਮਾਇਆ ਹੁੰਦੇ ਨੇ, ਉੱਥੇ ਹੀ ਲੋਕਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਦਾ ਪ੍ਰਗਟਾਵਾ ਵੀ ਕਰਦੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਲੋਕਾਂ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਜੇਕਰ ਬਿਹਤਰੀਨ ਢੰਗ ਦੇ ਨਾਲ ਸਮਝਣਾ ਹੈ ਤਾਂ ਲੋਕ ਗੀਤਾਂ ਨੂੰ ਸੁਣਨਾ, ਜਾਣਨਾ ਤੇ ਸਮਝਣਾ ਬੇਹੱਦ ਹੀ ਜ਼ਰੂਰੀ ਹੁੰਦਾ ਹੈ। ਲੋਕ ਗਾਇਕਾ ਰਾਜਿੰਦਰ ਰੈਨਾ ਕਿਸੇ ਵੀ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਅੱਜ ਅਸੀਂ ਗੱਲ ਕਰਾਂਗੇ, ਗੁਫ਼ਤਗੂ ਕਰਾਂਗੇ ਲੋਕ ਗਾਇਕੀ ਦੇ ਉੱਤੇ ਤੇ ਨਾਲ ਹੀ ਉਹਨਾਂ ਦੇ ਇਸ ਸਫ਼ਰ ਦੇ ਉੱਤੇ। ਇਸ ਦੇ ਨਾਲ ਹੀ ਚਰਚਾ ਕਰਾਂਗੇ ਬਹੁਤ ਸਾਰੇ ਵੱਖ-ਵੱਖ ਪਹਿਲੂਆਂ ਤੇ। ਤਾਂ ਸਵਾਗਤ ਕਰਦੇ ਹਾਂ ਮੈਡਮ ਦਾ। ਮੈਡਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ, ਬਹੁਤ-ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਸਾਡੇ ਘਰ ਆਏ ਮੇਰੀ ਇੰਟਰਵਿਊ ਕਰਨ ਵਾਸਤੇ। ਔਰ ਆਪਣੇ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਬਹੁਤ ਸਾਲ ਮੈਨੂੰ ਸੁਣਿਆ, ਮੈਨੂੰ ਬਹੁਤ ਮਾਣ ਦਿੱਤਾ। ਔਰ ਮੈਨੂੰ ਕੋਈ ਅਫਸੋਸ ਨਹੀਂ, ਮੈਂ ਬਹੁਤ ਕੰਮ ਕੀਤਾ ਔਰ ਰੱਜ ਕੇ ਕੀਤਾ ਔਰ ਸਰੋਤਿਆਂ ਦੀ ਵਾਹ ਬਹੁਤ ਖੱਟੀ ਹੈ। ਮੈਡਮ, ਸਭ ਤੋਂ ਪਹਿਲਾ ਸਵਾਲ, ਜਦੋਂ ਤੁਸੀਂ ਲੋਕ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ, ਉਸ ਸਮੇਂ ਮਾਹੌਲ ਅਜਿਹਾ ਹੁੰਦਾ ਸੀ ਕਿ ਬਹੁਤ ਸਾਰੇ ਪਰਿਵਾਰ ਆਪਣੀਆਂ ਕੁੜੀਆਂ ਨੂੰ ਲੋਕ ਗਾਇਕੀ ਵਿੱਚ ਜਾਂ ਗੀਤਾਂ ਦੇ ਵਿੱਚ ਭੇਜਣਾ ਪਸੰਦ ਨਹੀਂ ਕਰਦੇ ਸੀ। ਜਦੋਂ ਤੁਹਾਡੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਕੀ ਪ੍ਰਤੀਕਿਰਿਆ ਸੀ? ਉਹਨਾਂ ਨੇ ਕਿਵੇਂ ਰਿਸਪੌਂਸ ਦਿੱਤਾ ਤੁਹਾਨੂੰ? ਦੇਖੋ, ਉਸ ਟਾਈਮ ਮੇਰੇ ਨਾਲ ਕੋਈ ਵੀ ਸਹਿਮਤ ਨਹੀਂ ਸੀ। ਮੇਰਾ ਪਰਿਵਾਰ ਵੀ ਮੇਰੇ ਨਾਲ ਸਹਿਮਤ ਨਹੀਂ ਸੀ। ਜਿਹੜੀ ਮੇਰਾ ਪਰਿਵਾਰ ਹੈ, ਅਸੀਂ ਸਿੱਖ ਕਸ਼ਮੀਰੀ ਪੰਡਤ ਆ ਤੇ ਨੀਲੀਆਂ ਪੱਗਾਂ ਬੰਨ੍ਹਣ ਵਾਲੇ। ਉਹ ਕਹਿੰਦੇ ਸੀ ਅਸੀਂ ਨੀਲੀਆਂ ਚਿੱਟੀਆਂ ਪੱਗਾਂ ਬੰਨ੍ਹਣ ਵਾਲੇ ਕਿਹੜੇ ਪਾਸੇ ਤੁਰ ਪਈ, ਤੇ ਸਾਨੂੰ ਇਹ ਨਹੀਂ ਮਨਜ਼ੂਰ। ਪਰ ਮੇਰਾ ਸ਼ੌਕ ਵੀ ਸੀ ਔਰ ਮੇਰੇ 'ਚ ਟੈਲੈਂਟ ਵੀ ਸੀ ਔਰ ਸਾਡੇ ਇੱਕ ਪਰਿਵਾਰ ਦੀ ਮਜਬੂਰੀ ਵੀ ਸੀ ਫਾਈਨੈਂਸ਼ਲੀ, ਜਿਸ ਕਰਕੇ ਮੈਂ ਇਸ ਫੀਲਡ ਵਿੱਚ ਆਉਣਾ ਚਾਹੁੰਦੀ ਸੀ। ਅਸੀਂ 7 ਭੈਣ ਭਰਾ ਸੀ। ਸਾਡੇ ਪੇਰੈਂਟਸ ਨੇ ਬੜੀ ਮੁਸ਼ਕਿਲ ਨਾਲ ਪਾਕਿਸਤਾਨ ਤੋਂ ਇੱਥੇ ਆਏ ਸੀ, ਉੱਜੜ ਕੇ ਇੱਥੇ ਸੈਟਲ ਹੋਏ। ਫਿਰ ਸਾਨੂੰ ਪਾਲਿਆ, ਪੜ੍ਹਾਇਆ ਜਿੰਨਾ ਪੜ੍ਹਾ ਸਕਦੇ ਸੀ। ਸੋ ਇਹੀ ਫੀਲਡ ਮੈਨੂੰ ਬਹੁਤ ਅੱਛੀ ਲੱਗੀ ਔਰ ਮੇਰੇ 'ਚ ਰੱਜ ਕੇ ਟੈਲੈਂਟ ਸੀ। ਸੋ ਉਹਨੂੰ ਮੈਂ ਜਾਇਆ ਨਹੀਂ ਸੀ ਜਾਣਾ ਚਾਹੁੰਦੀ। ਤੇ ਸਭ ਤੋਂ ਪਹਿਲਾਂ ਅਸੀਂ ਸ਼ਬਦ ਪੜ੍ਹਦੇ ਸੀ ਤੇ ਸ਼ਬਦ ਕੀਰਤਨ ਅਸੀਂ ਕਰਦੇ ਸੀ ਤੇ ਇੱਥੋਂ ਸ਼ੁਰੂਆਤ ਹੋਈ। ਫਿਰ ਸਕੂਲ ਤੋਂ ਸ਼ੁਰੂਆਤ ਹੋਈ। ਮੈਮ, ਫਿਰ ਪਰਿਵਾਰ ਨੂੰ ਮਨਾਇਆ ਕਿਵੇਂ? ਮੇਰੇ ਫਾਦਰ ਬਹੁਤ ਸਖਤ ਸੀ ਤੇ ਉਹ ਕਹਿਣ ਲੱਗੇ ਵੀ ਨਹੀਂ, ਬਿਲਕੁਲ ਅਸੀਂ ਨਹੀਂ ਜਾਣ ਦੇਣਾ। ਤੇ ਸਰਦਾਰ ਭਾਗ ਸਿੰਘ ਸੀਗੇ ਜਿਹੜੇ ਮੇਰੇ ਗੋਡ ਫਾਦਰ ਵੀ ਨੇ, ਅੱਜ ਕੱਲ੍ਹ ਉਹ ਐਕਸਪਾਇਰ ਹੋ ਗਏ ਨੇ। ਤੇ ਮਿਸੀ ਲਾਜ ਬੇਦੀ, ਉਹ ਵੀ ਐਕਸਪਾਇਰ ਹੋ ਗਏ ਨੇ। ਉਹ ਥੀਏਟਰ ਕਰਦੇ ਸੀ, ਸ਼ਿਵਾਲਿਕ ਥੀਏਟਰ। ਉਹਨਾਂ ਨੇ ਮੈਨੂੰ ਕਿਤੇ ਸੁਣਿਆ ਸੀ, ਉਹ ਸਾਡੇ ਘਰ ਹੀ ਪਹੁੰਚ ਗਏ ਮੈਨੂੰ ਲੈਣ ਵਾਸਤੇ। ਅੱਛਾ। ਹਾਂਜੀ। ਤੇ ਫਿਰ ਮੇਰੇ ਫਾਦਰ ਮੰਨਦੇ ਨਹੀਂ ਸੀ। ਫਿਰ ਉਹ ਮੈਨੂੰ ਕਹਿਣ ਲੱਗੇ ਵੀ ਜ਼ਿੰਮੇਵਾਰੀ ਚੱਕੋ, ਬਈ ਇਹ ਕੁੜੀਆਂ ਦਾ ਬਾਹਰ ਫੀਲਡ 'ਚ ਜਾਣਾ ਅੱਛਾ ਨਹੀਂ ਹੈ, ਅਗਰ ਤੁਸੀਂ ਜ਼ਿੰਮੇਵਾਰੀ ਚੱਕਦੇ ਹੋ ਤਾਂ ਲੈ ਜਾਓ।
ਅੱਛਾ ਹਾਂਜੀ ਜੀ, ਮਿਸ ਇਲਾਜ ਬੇਦੀ ਔਰ ਸੁਦਰਸ਼ਨ ਮਹਿਤਾ ਜੀ ਹੁੰਦੇ ਸੀ ਜਿਨ੍ਹਾਂ ਤੋਂ ਮੈਂ ਸਿੱਖਿਆ। ਉਸ ਤੋਂ ਬਾਅਦ ਮੈਂ ਕਾਫੀ ਸਿੱਖਿਆ, ਕਿਉਂਕਿ ਜਦੋਂ ਮੈਂ ਇਸ ਫੀਲਡ 'ਚ ਹੀ ਆ ਗਈ ਤਾਂ ਸੋਚਿਆ ਵੀ ਸਿੱਖਣਾ ਵੀ ਚਾਹੀਦਾ। ਫਿਰ ਮੈਂ ਸਰਦਾਰ ਸ਼੍ਰੀ ਬਾਕਰ ਹੁਸੈਨ ਖਾਨ ਜੀ ਤੋਂ ਉਹਨਾਂ ਦੀ ਸ਼ਾਗਿਰਦ ਬਣੀ, ਜਸਵੰਤ ਭਮਰਾ ਜੀ ਤੋਂ ਸਿੱਖਿਆ, ਔਰ ਇੱਥੇ ਲੋਕਲ ਸਰਦਾਰ ਉੱਤਮ ਸਿੰਘ ਜੀ ਮੇਰੇ ਉਸਤਾਦ ਸੀਗੇ, ਉਹਨਾਂ ਤੋਂ ਵੀ ਮੈਂ ਕਲਾਸੀਕਲ ਸਿੱਖਿਆ ਤਾਂ ਵੀ ਸਾਡੀਆਂ ਜੜ੍ਹਾਂ ਮਜ਼ਬੂਤ ਹੋਣ। ਮੈਡਮ ਗੁਫ਼ਤਗੂ ਜਾਰੀ ਰਹੇਗੀ, ਪਰ ਪਹਿਲਾਂ ਅਸੀਂ ਚਾਹਾਂਗੇ ਕਿ ਕੁਝ ਸਤਰਾਂ ਜਿਹੜੀਆਂ ਜ਼ਰੂਰ ਤੁਸੀਂ ਸਾਂਝ ਪਾਓ ਸਾਡੇ ਨਾਲ। मेरा शौक और मेरी चॉइस जी सैड सॉन्ग ज़्यादा है। हाँ जी, तो मैं रेशमा जी ने बहुत गाया और मैं उन्होंने भी पसंद करती हाँ और उन्होंने बहुत कॉपी किया। सानू चलिया बना के आपे कर ले किनारे हो, सानू चलिया बना के आपे कर ले किनारे, दिन लंघदे ने मेरे तेरी याद दे सहारे। बहुत खूब मैम, ये दसो कि फिल्मी सफ़र तुहाडा किवें शुरू होया? ਇਹ 1982 ਵਿੱਚ ਸਰਦਾਰ ਭਗਤ ਸਿੰਘ ਹੋਰਾਂ ਨੇ ਇੱਕ ਫਿਲਮ ਬਣਾਈ ਸੀ ਮਾਮਲਾ ਗੜਬੜ ਹੈ ਜੀ। ਹਾਂਜੀ, ਉਹਦੇ ਹੀਰੋ ਗੁਰਦਾਸ ਮਾਨ ਜੀ ਸੀਗੇ, ਦਲਜੀਤ ਕੌਰ ਸੀਗੇ, ਤੇ ਅਸੀਂ ਬੰਬੇ ਗਏ ਰਿਕਾਰਡਿੰਗ ਵਾਸਤੇ। ਸਰਬਜੀਤ ਕੌਰ ਕੋਕਾ ਵਾਲੀ ਉਹ ਵੀ ਸੀ ਸਾਡੇ ਨਾਲ, ਸੋ ਮੈਨੂੰ ਉਹਦੇ ਵਿੱਚ ਛੋਟਾ ਜਿਹਾ ਗਾਣਾ ਗਾਉਣ ਦਾ ਮੌਕਾ ਮਿਲਿਆ ਗੁਰਦਾਸ ਮਾਨ ਜੀ ਨਾਲ, ਤੇ ਉੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ ਜੀ। ਤੇ ਮੈਮ ਇਸ ਸਫ਼ਰ ਦੇ ਵਿੱਚ ਕਿੰਨੀਆਂ ਕੈਸਟਾਂ ਤੁਹਾਡੀਆਂ ਰਿਲੀਜ਼ ਹੋਈਆਂ ਨੇ, ਤੇ ਫਿਲਮਾਂ ਦੇ ਵਿੱਚ ਤੁਸੀਂ ਕਿਹੜੀਆਂ ਫਿਲਮਾਂ ਦੇ ਵਿੱਚ ਗੀਤ ਗਾਏ ਨੇ? हाँ, ज़्यादा तो नहीं, मैं क्योंकि फोक ही गाया, उच्चा पिंड गाया, सरदारा करतारा गाया, और ये तुसीं देखी होनी मेरी एल्बम है, नच नी पंजाबणी, नचू मैं बथेरा, एक मेरी अपनी लेटेस्ट आई सी दिल नहीं लगता, ਉਹਦੇ ਵਿੱਚ ਮੇਰੇ 8 ਗੀਤ ਸੀਗੇ। ਸੋ ਬਹੁਤੀ ਰਿਕਾਰਡਿੰਗ ਮੈਂ ਨਹੀਂ ਕੀਤੀ, ਬਹੁਤੀਆਂ ਕੈਸਟਾਂ ਨਹੀਂ ਆਈਆਂ, ਪਰ ਜਿੰਨੀਆਂ ਕੁ ਵੀ ਆਈਆਂ ਅੱਛੀਆਂ ਆਈਆਂ ਜੀ। ਹਾਂਜੀ ਮੈਮ, ਤੁਸੀਂ ਕਿਹਾ ਕਿ ਤੁਸੀਂ ਬੰਬੇ ਗਏ ਸੀ, ਤੇ ਉੱਥੇ ਮੈਂ ਤੁਹਾਡੀ ਐਲਬਮ ਦੇਖ ਰਹੀ ਸੀ ਕਿ ਉੱਥੇ ਬਹੁਤ ਸਾਰੇ ਜੋ ਫਿਲਮੀ ਕਲਾਕਾਰ ਆ ਬਾਲੀਵੁੱਡ ਦੇ, ਉਹਨਾਂ ਨਾਲ ਤੁਹਾਡੀਆਂ ਫੋਟੋਗ੍ਰਾਫਸ ਵੀ ਆ, ਤੇ ਉਹਨਾਂ ਦੇ ਨਾਲ ਮਿਲਣ ਦਾ ਸਬਬ ਕਿਵੇਂ ਬਣਿਆ ਜਾਂ ਉਹਨਾਂ ਨਾਲ ਤੁਸੀਂ ਕੰਮ ਕੀਤਾ ਹੋਇਆ ਹੈ? ਕੁਝ ਆਪਣੇ ਬਾਲੀਵੁੱਡ ਦੇ ਸਫ਼ਰ ਬਾਰੇ ਜ਼ਰੂਰ ਦੱਸੋ। ਅਸੀਂ ਜਦੋਂ ਮਾਮਲਾ ਗੜਬੜ ਦੀ ਸ਼ੂਟਿੰਗ ਲਈ ਗਏ, ਉਸ ਤੋਂ ਬਾਅਦ ਅਸੀਂ ਉੱਥੇ ਵਿਸਾਖੀ ਫੈਸਟੀਵਲ 'ਤੇ ਗਏ, ਫਿਰ ਲੋਹੜੀ ਫੈਸਟੀਵਲ 'ਤੇ ਗਏ। ਉੱਥੇ ਦੇ ਜਿਹੜੇ ਪੰਜਾਬੀ ਕਲਾਕਾਰ ਆ ਉਹਨਾਂ ਨੇ ਸਾਨੂੰ ਹੱਥਾਂ 'ਤੇ ਚੁੱਕਿਆ, ਔਰ ਮੈਨੂੰ ਉੱਥੇ ਬਹੁਤ ਲੋਕਾਂ ਨੇ ਕਿਹਾ ਵੀ ਤੁਸੀਂ ਬੰਬੇ ਸੈਟਲ ਹੋਵੋ, ਜੇ ਤੁਸੀਂ ਕੁਝ ਬਣਨਾ ਹੈ ਤਾਂ ਬੰਬੇ ਸੈਟਲ ਹੋਵੋ। ਪਰ ਮੇਰੇ ਪਰਿਵਾਰਿਕ ਥੋੜ੍ਹਾ ਮਾਹੌਲ ਪਿੱਛੋਂ ਇੱਦਾਂ ਸੀ, ਔਰ ਘਰ ਦੀ ਕਰਤਾ ਧਰਤਾ ਵੀ ਮੈਂ ਹੀ ਸੀ, ਸੋ ਮੈਂ ਆਪਣਾ ਫੀਲਡ ਇੱਥੇ ਛੱਡ ਦਿੰਦੀ, ਨਵੇਂ ਸਿਰੋਂ ਪੈਰ ਜਮਾਉਂਦੀ, ਉਹ ਮੈਂ ਨਹੀਂ ਕੀਤਾ। ਸ਼ਾਇਦ ਜੇ ਮੈਂ ਬੰਬੇ ਹੁੰਦੀ ਤਾਂ ਪਤਾ ਨਹੀਂ ਕਿੱਥੇ ਹੁੰਦੀ। ਹਾਂਜੀ ਜੀ। ਮੈਮ, ਤੁਸੀਂ ਅਮਰੀਕਾ, ਕੈਨੇਡਾ ਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਣੀ ਗਾਇਕੀ ਦੇ ਨਾਲ ਆਪਣੀ ਧਾਕ ਜਮਾਈ ਹੈ, ਤੇ ਬਾਹਰਲੇ ਦੇਸ਼ਾਂ ਦਾ ਜੋ ਤੁਹਾਡਾ ਅਨੁਭਵ ਹੈ ਉਹ ਕਿਵੇਂ ਦਾ ਸੀ? ਬਹੁਤ ਅੱਛਾ ਰਿਹਾ। ਅਸੀਂ ਬਹੁਤ, ਮੈਂ 25-26 ਕੰਟਰੀਆਂ 'ਚ ਟੂਰ ਕੀਤਾ, ਔਰ ਲੋਕਾਂ ਨੇ ਉੱਥੇ ਬਹੁਤ ਪਸੰਦ ਕੀਤਾ। ਖਾਸ ਕਰ ਮੈਂ ਮਿਰਜ਼ਾ ਗਾਉਂਦੀ ਸੀ, ਬਹੁਤ ਹਿੱਟ ਹੁੰਦਾ ਸੀ, ਔਰ ਮਲਕੀਅਤ ਤੁੰਬੀ ਵਾਲੇ ਉਹ ਵੀ ਮੇਰੇ ਨਾਲ ਹੁੰਦੇ ਸੀਗੇ, ਔਰ ਇਹ ਗੁੱਥੀ ਸੁਨੀਲ ਗਰੋਵਰ ਜੀ, ਹਾਂਜੀ, ਇਹ ਵੀ ਸਾਡੇ ਨਾਲ ਸੀਗੇ, ਤੇ ਅਸੀਂ ਇਕੱਠਿਆਂ ਪ੍ਰੋਗਰਾਮ ਕੀਤੇ। ਜਗਮੋਹਨ ਕੌਰ ਜੀ ਸਾਡੇ ਨਾਲ ਸੀ, ਅਸੀਂ ਉਹਨਾਂ ਨਾਲ ਵੀ ਇਕੱਠੇ ਪ੍ਰੋਗਰਾਮ ਕੀਤੇ। ਉਸ ਤੋਂ ਬਾਅਦ ਅਸੀਂ ਜਿੱਥੇ ਵੀ ਗਏ ਸਾਨੂੰ ਉੱਥੇ ਬਹੁਤ ਭਰਪੂਰ ਹੁੰਗਾਰਾ ਮਿਲਿਆ, ਬਹੁਤ ਪਿਆਰ ਮਿਲਿਆ। ਅੱਜ ਤਾਂ ਬਹੁਤ ਕਲਾਕਾਰ ਹੋ ਗਏ, ਉਦੋਂ ਕਲਾਕਾਰ ਘੱਟ ਸੀ, ਸੋ ਜਿੱਥੇ ਜਾਂਦੇ ਸੀ ਬਹੁਤ ਮਾਣ ਮਿਲਦਾ ਸੀ। ਮੈਮ, ਤੁਸੀਂ ਇਹ ਦੱਸੋ, ਕਿਤੇ ਨਾ ਕਿਤੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਲੋਕ ਗੀਤਾਂ ਦੀ ਆਮ ਜਨਤਾ ਦੇ ਵਿੱਚ ਮਹੱਤਤਾ ਘਟ ਰਹੀ ਹੈ, ਜਾਂ ਲੋਕ ਗਾਇਕੀ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾ ਰਹੀ?
ਕੁਛ ਜੋ ਨਵੇਂ ਕਲਾਕਾਰ ਆ ਰਹੇ ਆ, ਕੁਛ ਉਹਨਾਂ ਦਾ ਦੋਸ਼ ਹੈ, ਕੁਛ ਲਿਖਣ ਵਾਲਿਆਂ ਦਾ ਦੋਸ਼ ਹੈ, ਕੁਛ ਸੁਣਨ ਵਾਲਿਆਂ ਦਾ ਵੀ ਹੈ ਨਾ। ਜਦੋਂ ਅਸੀਂ ਗਾਉਂਦੇ ਸੀ, ਲੋਕ ਸੁਣਦੇ ਸੀ, ਪੁਰਾਣੇ ਗੀਤ ਸੁਣਦੇ ਸੀ, ਲੋਕ ਗੀਤ ਸੁਣਦੇ ਸੀ। ਅੱਜ ਕੱਲ੍ਹ ਟ੍ਰੈਂਡ ਸਾਰਾ ਚੇਂਜ ਹੋ ਗਿਆ। ਉਦੋਂ ਲੋਕ ਬੈਠ ਕੇ ਸੁਣਦੇ ਸੀ। ਹੁਣ ਵੀ ਮੈਂ ਇੱਕ ਸੰਗੀਤ ਗਰੁੱਪ ਬਣਾਇਆ ਹੈ, ਜਿਵੇਂ ਲੇਡੀ ਸੰਗੀਤ ਕਰਦੇ ਹਾਂ। ਜਦੋਂ ਉਹਦੇ ਵਿੱਚ ਅਸੀਂ ਫੋਕ ਆਈਟਮਸ ਰੱਖਦੇ ਹਾਂ, ਫੋਕ ਗਾਉਂਦੇ ਹਾਂ, ਘੋੜੀਆਂ ਗਾਉਂਦੇ ਹਾਂ, ਸੁਹਾਗ ਗਾਉਂਦੇ ਹਾਂ, ਤਾਂ ਕਈ ਲੋਕ ਆ ਕੇ ਸਾਡੇ ਕੋਲ ਬਹੁਤ ਐਪਰੀਸ਼ੀਏਟ ਕਰਦੇ ਵੀ ਤੁਸੀਂ ਆਪਣਾ ਸੱਭਿਆਚਾਰ ਸੰਭਾਲ ਰੱਖਿਆ ਔਰ ਬਹੁਤ ਅੱਛਾ ਲੱਗਦਾ ਹੈ। ਜਦੋਂ ਕੋਈ ਆ ਕੇ ਤੁਹਾਡੀ ਤਾਰੀਫ ਕਰਦਾ ਹੈ, ਉਦੋਂ ਅੱਛਾ ਲੱਗਦਾ ਹੈ ਵੀ ਚਲੋ ਜੋ ਨਵੀਂ ਪੀੜ੍ਹੀ ਕਰ ਰਹੀ ਹੈ, ਜੋ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਨਿਭਾ ਰਹੇ ਹਾਂ। ਅਤੇ ਅੱਜ ਕੱਲ੍ਹ ਬੰਦੂਕਾਂ ਵਾਲੇ ਗੀਤ ਹੈ, ਠਾ 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 ਠਾ, ਉਹ ਕੌਣ ਸੁਣੇਗਾ? ਸਿਰਫ ਨਵੀਂ ਜਨਰੇਸ਼ਨ ਹੈ ਨਾ। ਪੁਰਾਣੇ ਗੀਤਾਂ ਨੂੰ ਲੋਕੀ ਨਹੀਂ ਸੁਣ ਰਹੇ ਅਤੇ ਥੋੜ੍ਹਾ ਅਫਸੋਸ ਵੀ ਹੁੰਦਾ ਹੈ, ਪਰ ਅਸੀਂ ਕਰ ਕੁਝ ਨਹੀਂ ਸਕਦੇ। ਬਿਲਕੁਲ, ਹਾਂਜੀ, ਕਿਉਂਕਿ ਸੁਣਨ ਵਾਲਿਆਂ ਦਾ ਵੀ ਥੋੜ੍ਹਾ ਕਸੂਰ ਹੈ। ਸੋ ਜਿਹੜੀ ਨਵੀਂ ਜਨਰੇਸ਼ਨ ਹੈ, ਉਹ ਤਾਂ ਪੁਰਾਣੇ ਲੋਕ ਗੀਤਾਂ ਨੂੰ ਕਹਿੰਦੇ ਕੀ ਗਾ ਰਹੇ ਆ, ਬੰਦ ਕਰੋ। ਹੁਣ ਵੀ ਅਸੀਂ ਜਾਂਦੇ ਹਾਂ ਲੇਡੀ ਸੰਗੀਤ 'ਤੇ ਕਰਦੇ ਹਾਂ। ਅਸੀਂ ਜਦੋਂ ਘੋੜੀਆਂ ਸੁਹਾਗ ਸ਼ੁਰੂ ਕਰਦੇ ਹਾਂ, ਕਈ ਯੰਗ ਬੱਚੇ ਆਉਂਦੇ, ਉਹ ਆ ਕੇ ਵਿੱਚੋਂ ਆ ਕੇ ਕਹਿਣਗੇ ਕੀ ਲਾਤਾ, ਬੰਦ ਕਰੋ। ਉਹ ਨਹੀਂ ਸੁਣਨਾ ਚਾਹੁੰਦੇ। ਉਹ ਕਹਿੰਦੇ ਸਾਨੂੰ ਨਹੀਂ ਇਹ ਚਾਹੀਦਾ, ਸਾਨੂੰ ਕੁਝ ਚਲੋ ਡੀਜੇ ਵਾਲੇ ਗੀਤ ਸੁਣਾਓ, ਅਤੇ ਉਹ ਸੁਣਵਾ ਨਹੀਂ ਅਸੀਂ ਸੁਣਨੇ। ਚਾਹੇ ਕਿਸੇ ਨੂੰ ਗਾਣਾ ਆਉਂਦਾ, ਚਾਹੇ ਕਿਸੇ ਨੂੰ ਨਹੀਂ ਆਉਂਦਾ, ਜ਼ਮੀਨ ਵੇਚੀ ਅਤੇ ਆਪਣਾ ਗਾਣਾ ਕੱਢ ਲਿਆ ਹੈ ਨਾ। ਉਹ ਹਵਾ ਦੇ ਬੁੱਲੇ ਵਾਂਗ ਹੈ, ਥੋੜ੍ਹੀ ਦੇਰ ਲਈ ਹੈ, ਫਿਰ ਉਸ ਤੋਂ ਬਾਅਦ ਖਤਮ ਹੈ। ਪਰ ਉਹ ਆਪਣੇ ਕਲਚਰਾਂ ਨੂੰ ਅੱਗੇ ਲਿਆਉਣਾ ਹੀ ਨਹੀਂ ਚਾਹੁੰਦੇ। ਇਹਦੇ ਵਿੱਚ ਹੁਣ ਕਸੂਰ ਸਭ ਦਾ ਹੀ ਹੈ ਨਾ। ਅਸੀਂ ਤਾਂ ਚਾਹੁੰਦੇ ਹਾਂ ਸਾਡੇ ਬੱਚੇ ਵੀ ਸੁਣਨ, ਸਾਡੇ ਪੋਤੇ ਪੋਤੀਆਂ ਵੀ ਸੁਣਨ, ਇਸ ਫੋਕਲੋਰ ਨੂੰ ਸੁਣਨ, ਆਪਣੇ ਕਲਚਰ ਦੇ ਨਾਲ ਜੁੜੇ ਰਹਿਣ। ਪਰ ਕੁਝ ਕਲਾਕਾਰਾਂ ਨੇ ਨਹੀਂ ਇਹ ਸੋਚਿਆ, ਉਹਨਾਂ ਨੇ ਆਪਣੀ ਸਾਡੀ ਜਨਰੇਸ਼ਨ ਨੂੰ ਕਾਫੀ ਪਿੱਛੇ ਲੈ ਗਏ। ਮੈਮ, ਤੁਸੀਂ ਕਾਫੀ ਲੰਬੇ ਸਮੇਂ ਤੋਂ ਲੋਕ ਗਾਇਕੀ ਦੇ ਨਾਲ ਜੁੜੇ ਹੋਏ ਹੋ, ਬਹੁਤ ਸਾਰੀਆਂ ਸਟੇਜਾਂ 'ਤੇ ਤੁਸੀਂ ਪਰਫਾਰਮੈਂਸ ਦਿੱਤੀ ਹੈ, ਦੇਸ਼ ਵਿਦੇਸ਼ ਦੇ ਵਿੱਚ ਤੁਸੀਂ ਗਏ ਹੋ। ਕੋਈ ਪਿਆਰੀ ਜੀ ਯਾਦ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, ਜਿਹੜੀ ਹਮੇਸ਼ਾ ਹੀ ਅਮਿੱਟ ਹੈ ਤੁਹਾਡੇ ਲਈ, ਕਦੀ ਵੀ ਭੁਲਾਈ ਨਹੀਂ ਜਾ ਸਕਦੀ? ਦੇਖੋ, ਵਿਦੇਸ਼ਾਂ 'ਚ ਜਦ ਵੀ ਮੈਂ ਗਈ ਹਾਂ, ਮੈਂ ਗੁਰਦਾਸ ਮਾਨ ਜੀ ਦਾ, ਆਲਮ ਲੋਹਾਰ ਜੀ ਦਾ ਛੱਲਾ ਬਹੁਤ ਗਾਉਂਦੀ ਸੀ। ਹਾਂ, ਅੱਜ ਮੇਰੇ ਤੋਂ ਗਾ ਨਹੀਂ ਹੋ ਰਿਹਾ ਇੰਨਾ, ਕਿਉਂਕਿ ਮੈਨੇ ਹੁਣੇ ਕੋਵਿਡ ਤੋਂ ਉੱਠੀ ਹਾਂ ਅਤੇ ਐਨਰਜੀ ਘੱਟ ਹੈ। ਅਤੇ ਉੱਥੇ ਮੈਨੂੰ ਇੰਨਾ ਭਰਪੂਰ ਹੁੰਗਾਰਾ ਮਿਲਿਆ, ਇੰਨਾ ਪਿਆਰ ਮਿਲਿਆ, ਫੇਰ ਗਾਓ, ਫੇਰ ਗਾਓ, ਇੱਕ ਗੀਤ ਨੂੰ ਫੇਰ ਗਾਓ, ਫੇਰ ਗਾਓ। ਹੁਣ ਵੀ ਮੈਂ ਪਿੱਛੇ ਅਮਰੀਕਾ ਗਈ ਹੋਈ ਸੀ, ਉੱਥੇ ਮੈਨੂੰ ਲੋਕੀ ਸੁਣਨ ਆਉਂਦੇ ਸੀ ਵੀ ਇਹ ਕਿੱਥੋਂ ਆਈ ਹੈ। ਹਾਂ, ਵੀ ਤੁਸੀਂ ਕਿੱਥੇ ਲੁੱਕੇ ਬੈਠੇ ਹੋ, ਤੁਸੀਂ ਇੱਥੇ ਆਓ, ਇੱਥੇ ਆ ਕੇ ਫੰਕਸ਼ਨ ਕਰੋ, ਇੱਥੇ ਆ ਕੇ ਹੋਰ ਆਪਣੀਆਂ ਕੈਸਟਸ ਕਰੋ। ਅਤੇ ਅੱਜ ਕੱਲ੍ਹ ਕੈਸਟ ਦਾ ਦੌਰ ਜਿਹੜਾ ਵੀ ਹੈ, ਉਹ ਵੀ ਬੜਾ ਮਹਿੰਗਾ ਹੈ। 20-25 ਲੱਖ ਇੱਕ ਪ੍ਰੋਜੈਕਟ 'ਤੇ ਲੱਗਦਾ, ਇੱਕ ਜੂਆ ਹੈ। ਚੜ੍ਹ ਗਿਆ ਠੀਕ ਹੈ, ਨਹੀਂ ਚੜ੍ਹਿਆ ਤਾਂ ਗਏ ਜੀ। ਹਾਂਜੀ, ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜੋ ਗਾਇਕ ਹੁੰਦੇ ਆ, ਉਹ ਕਿਤੇ ਨਾ ਕਿਤੇ ਅਦਾਕਾਰੀ ਦੇ ਵਿੱਚ ਵੀ ਆਪਣਾ ਹੱਥ ਅਜ਼ਮਾਉਂਦੇ ਨੇ। ਤੁਸੀਂ ਲੋਕ ਗਾਇਕਾਂ ਦੇ ਨਾਲ ਨਾਲ ਅਦਾਕਾਰੀ ਦੇ ਵਿੱਚ ਵੀ ਕਦੇ ਹੱਥ ਅਜ਼ਮਾਇਆ ਹੈ? ਨਹੀਂ ਨਹੀਂ, ਮੈਨੂੰ ਬਹੁਤ ਕਿਹਾ। ਜਦ ਅਸੀਂ ਥੀਏਟਰ ਕਰਦੇ ਸੀ ਤਾਂ ਮੈਨੂੰ ਬਹੁਤ ਵਾਰ, ਜਿਵੇਂ ਅਸੀਂ ਹੀਰ ਰਾਂਝਾ ਬੈਲੇ ਹੁੰਦਾ ਸੀ, ਸਰਦਾਰ ਭਾਗ ਸਿੰਘ ਅਤੇ ਮਿਸ ਲਾਜ ਬੇਦੀ ਦੇ ਥੀਏਟਰ 'ਚ ਮੈਂ ਪਿੱਛੇ ਗਾਉਂਦੀ ਸੀ। ਮੈਂ ਹੀਰ ਗਾਉਂਦੀ ਹੁੰਦੀ ਸੀ ਪਿੱਛੋਂ। ਤਾਂ ਕਈ ਵਾਰ ਹੋਣਾ ਵੀ ਇੱਕ ਆਰਟਿਸਟ ਨਹੀਂ ਆਇਆ, ਤਾਂ ਚਲੋ ਵੀ ਅੱਜ ਰਜਿੰਦਰ ਨੂੰ ਵਾੜੋ ਇੱਥੇ। ਉਹਨਾਂ ਨੇ ਕਹਿਣਾ ਅੱਜ ਰਜਿੰਦਰ, ਕਿਉਂਕਿ ਮੈਂ ਇੰਨੇ ਸਾਲਾਂ ਤੋਂ ਉਸ ਐਕਟਿੰਗ ਨੂੰ ਦੇਖ ਰਹੀ ਸੀ, ਮੈਂ ਗਾ ਰਹੀ ਸੀ, ਲੋਕਾਂ ਨੂੰ ਕਰਦਿਆਂ ਦੇਖ ਰਹੀ ਸੀ, ਔਰ ਮੈਨੂੰ ਆਉਂਦਾ ਹੀ ਸੀ ਜੀ। ਤਾਂ ਮੈਂ ਕਦੀ ਉੱਥੇ ਥੋੜ੍ਹਾ ਬਹੁਤਾ ਕਰ ਦਿੰਦੀ ਸੀ। ਉੜੀਸਾ ਗਏ ਸੀ ਮੇਰੇ ਨਾਲ ਅਮਰ ਨੂਰੀ ਗਏ ਸੀ, ਤਾਂ ਸਾਨੂੰ ਉੱਥੇ, ਅਸੀਂ ਥੋੜ੍ਹੀਆਂ ਕੁੜੀਆਂ ਸੀ ਅਤੇ ਸਾਨੂੰ ਮੌਕਾ ਮਿਲਿਆ ਦੂਰਦਰਸ਼ਨ 'ਤੇ। ਤਾਂ ਮੈਂ ਔਰ ਅਮਰ ਨੂਰੀ ਨੇ ਉੱਤੇ ਇੱਕ ਹਾਰਵੈਸਟ ਡਾਂਸ ਕੀਤਾ ਚੈਨਲ 'ਤੇ, ਦੂਰਦਰਸ਼ਨ 'ਤੇ। ਸੋ ਮੈਂ ਕੀਤਾ। ਵੈਸੇ ਮੈਨੂੰ ਦਿਲੋਂ ਐਕਟਿੰਗ ਦਾ ਕੋਈ ਸ਼ੌਕ ਨਹੀਂ ਸੀ। ਹਾਂਜੀ ਮੈਮ, ਮੈਂ ਇੱਕ ਲੇਖ ਪੜ੍ਹ ਰਹੀ ਸੀ ਅਤੇ ਉਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਨੌਕਰੀ ਤੁਸੀਂ ਪਰਿਵਾਰ ਦੀਆਂ ਪਰਿਸਥਿਤੀਆਂ ਦੇ ਕਾਰਨ ਕੀਤੀ ਸੀ। ਤੁਸੀਂ ਫਿਰ ਆਪਣੇ ਸ਼ੌਕ ਨੂੰ ਅਤੇ ਨੌਕਰੀ ਨੂੰ ਦੋਨਾਂ ਨੂੰ ਕਿਵੇਂ ਅੱਗੇ ਤੋਰਿਆ? ਮੈਂ ਨੌਕਰੀ ਤਾਂ ਸ਼ੁਰੂ ਕੀਤੀ ਸੀ, ਮੇਰੇ ਪਰਿਵਾਰ ਦੀ ਹਾਲਾਤ ਫਾਈਨੈਂਸ਼ੀਅਲੀ ਬਹੁਤ ਕਮਜ਼ੋਰ ਸੀ। 7 ਭੈਣ ਭਰਾ ਸੀ, ਮੈਂ ਦੱਸਿਆ ਤੁਹਾਨੂੰ। ਔਰ ਜਦੋਂ ਮੈਨੂੰ ਭਾਗ ਸਿੰਘ ਅੰਕਲ ਲੈਣ ਗਏ, ਤਾਂ ਸਭ ਤੋਂ ਪਹਿਲਾਂ ਮੈਂ ਤਾਂ ਚੰਡੀਗੜ੍ਹ ਤੋਂ ਬਾਹਰ ਪੈਰ ਹੀ ਨਹੀਂ ਸੀ ਕੱਢਿਆ, ਅਤੇ ਮੈਨੂੰ ਦਿੱਲੀ ਲੈ ਗਏ ਓਬਰਾਏ ਕੰਟੀਨੈਂਟਲ ਹੋਟਲ 'ਚ। ਉਹ ਮੇਰੇ ਲਈ ਤਾਂ, ਮੈਨੂੰ ਐਂ ਲੱਗਦਾ ਸੀ ਮੈਂ ਪਤਾ ਨਹੀਂ ਧਰਤੀ ਤੋਂ ਉਤਰ ਕੇ ਅਸਮਾਨ 'ਤੇ ਆ ਗਈ, ਵੀ ਇਹੋ ਜਿਹੀ ਜਗ੍ਹਾ ਮੈਂ ਦੇਖੀ ਨਹੀਂ ਸੀ ਕਦੀ। ਔਰ ਮੈਨੂੰ ਉਸ ਸ਼ੋਅ ਦੇ ਮਿਲੇ 30 ਰੁਪਏ
ਜੀ 30 ਰੁਪਏ ਮੈਨੂੰ ਭਾਗ ਸਿੰਘ ਅੰਕਲ ਨੇ ਜਦੋਂ ਪੇਮੈਂਟ ਦਿੱਤੀ ਤਾਂ ਉਹ ਮੈਂ ਜਦੋਂ ਆਪਣੇ ਘਰ ਲਿਆ ਕੇ ਆਪਣੀ ਮਦਰ ਨੂੰ ਦਿੱਤੀ ਤਾਂ ਉਹਨਾਂ ਲਈ ਉਹ 30 ਰੁਪਏ ਮੇਰੇ ਖਿਆਲ 30 ਕਰੋੜਾਂ ਦੇ ਬਰਾਬਰ ਸੀ। ਸੋ ਉਦੋਂ ਮੈਨੂੰ ਲੱਗਾ ਵੀ ਮੈਨੂੰ ਇਸ ਪ੍ਰੋਫੈਸ਼ਨ 'ਚ ਰਹਿਣਾ ਚਾਹੀਦਾ। ਮੈਨੂੰ ਲੋਕਾਂ ਨੇ ਹੱਥੋਂ ਲੈ ਲਿਆ। ਮੈਂ ਟੈਲੈਂਟਡ ਸੀ, ਮੈਨੂੰ ਹੱਥੋਂ ਤੇ ਕਦੇ ਇੱਧਰੋਂ ਕਦੇ ਇੱਧਰੋਂ ਕਦੇ ਇੱਧਰੋਂ ਕਦੇ ਇੱਧਰੋਂ ਸਾਡੇ ਵੱਲ ਆਓ ਸਾਡੇ ਵੱਲ ਆਓ ਸਾਡੇ ਵੱਲ ਆਓ। ਪਹਿਲੀ ਵਾਰ 30 ਮਿਲੇ, ਦੂਜੀ ਵਾਰ 50 ਮਿਲੇ, ਤੀਜੀ ਵਾਰ 200 ਮਿਲੇ ਜੀ। ਹਾਂਜੀ, ਮੈਂ ਤਾਂ ਰਾਤੋਂ ਰਾਤ ਜਿਵੇਂ ਸਟਾਰ ਬਣ ਗਈ ਜੀ। ਸੋ ਮੈਂ ਆਪਣੇ ਸਾਰੀ ਫੈਮਿਲੀ ਨੂੰ ਸਪੋਰਟ ਕੀਤਾ, ਭੈਣ ਭਰਾਵਾਂ ਨੂੰ ਮੈਂ ਪੜ੍ਹਾਇਆ, ਉਹਨਾਂ ਦੇ ਵਿਆਹ ਵੀ ਕੀਤੇ। ਮੈਂ ਆਪਣਾ ਵਿਆਹ ਸਭ ਤੋਂ ਬਾਅਦ 'ਚ ਕੀਤਾ, ਸਭ ਦੀ ਸਪੋਰਟ ਕਰਕੇ, ਸਭ ਨੂੰ ਵਿਆਹ ਕੇ, ਸਭ ਦੀ ਜੋਬ ਲਵਾ ਕੇ, ਜਿੱਥੇ ਜਿੱਥੇ ਕੋਈ ਸੈੱਟ ਹੁੰਦਾ ਸੀ ਕਰਕੇ ਫਿਰ ਮੈਂ ਲਾਸਟ 'ਚ ਆਪਣੀ ਮੈਰਿਜ ਕੀਤੀ। ਮੈਂ ਸੋਚ ਰੱਖਿਆ ਸੀ ਵੀ ਮੈਂ ਆਪਣੇ ਫੈਮਿਲੀ ਨੂੰ ਸਪੋਰਟ ਕਰਨੀ ਹੈ। ਤੁਹਾਡੇ ਹਮਸਫਰ ਨੇ ਤੁਹਾਡਾ ਸਾਥ ਦਿੱਤਾ? ਹਾਂਜੀ, ਮੈਂ ਸਰਹੰਦ ਕਰਦੀ ਹੁੰਦੀ ਸੀ। ਉਸਤਾਦ ਸੀਗੇ ਸਾਡੇ ਉੱਥੇ ਸਤਪਾਲ ਜੀ, ਅਸੀਂ ਦੋਨੋਂ ਹੀ ਉੱਥੇ ਗਾਉਂਦੇ ਸੀ। ਸੋ ਉਹਨਾਂ ਨੇ ਸਾਡੀ ਟਿਊਨਿੰਗ ਕਰਤੀ ਵੀ ਨਹੀਂ ਤੁਸੀਂ ਤੁਹਾਡਾ ਵਿਆਹ ਕਰ ਦੇਣਾ। ਤੇ ਉਹ ਵੀ ਸਿੰਗਰ ਸੀ, ਮੈਂ ਵੀ ਸਿੰਗਰ ਸੀ। ਸੋ ਕਹਿਣ ਲੱਗੇ ਤੁਹਾਡੀ ਅੱਛੀ ਨਿਭੇਗੀ, ਤੇ ਸੋ ਸਾਡੀ ਮੈਰਿਜ ਹੋ ਗਈ। ਤੁਸੀਂ ਕਿਹਾ ਕਿ ਉਹ ਵੀ ਸਿੰਗਰ ਤੇ ਤੁਸੀਂ ਵੀ ਸਿੰਗਰ, ਫਿਰ ਤਾਂ ਘਰੇ ਬਹੁਤ ਅੱਛਾ ਮਾਹੌਲ ਬਣ ਜਾਂਦਾ ਹੋਵੇਗਾ। ਹਾਂਜੀ, ਹੁਣ ਤੱਕ ਬਹੁਤ ਅੱਛਾ ਮਾਹੌਲ ਬਣਦਾ। ਮੈਂ ਅਮਰੀਕਾ ਜਾਂਦੀ, ਸਾਡੇ ਘਰ ਮੇਰੇ ਹਸਬੈਂਡ ਨੂੰ ਤਾਂ ਬਹੁਤ ਹੀ ਸ਼ੌਕ ਹੈ। ਮਹਿਫਲਾਂ ਲੱਗੀਆਂ ਹੁੰਦੀਆਂ, ਲੋਕਾਂ ਨੂੰ ਇਕੱਠੇ ਕੀਤਾ ਹੁੰਦਾ, ਗਾ ਰਹੇ ਹੁੰਦੇ, ਮਾਈਕ ਸਿਸਟਮ ਸਾਰਾ ਰੱਖਿਆ ਹੋਇਆ ਉੱਥੇ। ਉਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਸ਼ੌਕ ਹੈ ਜੀ। ਸੋ ਮਹਿਫਲਾਂ ਲੱਗੀਆਂ ਰਹਿੰਦੀਆਂ। ਔਰ ਮੇਰੀ ਬੇਟੀ ਹੈ ਜਸਪਿੰਦਰ ਰੈਨਾ, ਜਿਹਨੇ ਵੌਇਸ ਆਫ ਪੰਜਾਬ ਬਣੀ ਹੈ 11 'ਚ, ਸੀਜ਼ਨ 2 ਦੀ ਵਿਨਰ ਹੈ ਉਹ। ਅਤੇ ਉਹਨੇ ਇੱਥੋਂ ਚੰਡੀਗੜ੍ਹ ਤੋਂ ਮਾਸਟਰ ਡਿਗਰੀ ਕੀਤੀ ਹੈ ਮਿਊਜ਼ਿਕ ਦੀ। ਤਾਂ ਉਹ ਵੀ ਜਦੋਂ ਇੱਥੇ ਆ ਜਾਂਦੀ, ਅਸੀਂ ਇੱਥੇ ਸ਼ੋਅ ਇਕੱਠੇ ਕਰਦੇ ਹਾਂ, ਉੱਥੇ ਚਲੇ ਜਾਂਦੇ ਹਾਂ, ਉੱਥੇ ਵੀ ਅਸੀਂ ਇਕੱਠੇ ਕਰਦੇ ਹਾਂ। ਸੋ ਬਹੁਤ ਸੁਰੀਲੀ ਅਤੇ ਬਹੁਤ ਖੂਬਸੂਰਤ ਵੀ ਹੈ, ਬਹੁਤ ਸਮਾਰਟ ਹੈ ਅਤੇ ਬਹੁਤ ਅੱਛਾ ਗਾਉਂਦੀ ਹੈ। ਮੇਰੇ ਤੋਂ ਵੀ ਸ਼ਾਇਦ ਅੱਛਾ ਗਾਉਂਦੀ ਹੈ। ਮੈਮ ਤੁਸੀਂ ਇਹ ਦੱਸੋ ਕਿ ਤੁਸੀਂ ਅਤੇ ਤੁਹਾਡੇ ਹਸਬੈਂਡ ਦੋਨੋਂ ਹੀ ਸਿੰਗਰ ਹੋ, ਘਰੇ ਤਾਂ ਮਹਿਫਿਲਾਂ ਲੱਗਦੀਆਂ ਹੀ ਨੇ, ਕਦੇ ਸਟੇਜ 'ਤੇ ਜਾਂ ਕਿਸੇ ਫਿਲਮ ਦੇ ਵਿੱਚ ਵੀ ਇਕੱਠੇ ਪਰਫਾਰਮ ਕੀਤਾ ਹੈ? ਸਟੇਜ 'ਤੇ ਤਾਂ ਕੀਤਾ ਹੈ ਪਰ ਫਿਲਮ 'ਚ ਨਹੀਂ, ਕਿਉਂਕਿ ਉਹ ਹਿੰਦੀ ਗਾਉਂਦੇ ਨੇ, ਮੈਂ ਪੰਜਾਬੀ ਜੀ। ਉਹ ਕਿਸ਼ੋਰ ਕੁਮਾਰ ਨੂੰ ਗਾਉਂਦੇ ਨੇ, ਡਿੱਟੋ ਕਿਸ਼ੋਰ ਨੂੰ ਗਾਉਂਦੇ ਨੇ, ਤੁਸੀਂ ਅੱਖਾਂ ਬੰਦ ਕਰਕੇ ਸੁਣ ਲਓ ਚਾਹੇ। ਅਤੇ ਬਹੁਤ ਖੂਬਸੂਰਤ ਗਾਉਂਦੇ ਨੇ, ਪਰ ਉਹਨਾਂ ਨੇ ਪੰਜਾਬੀ ਕਦੇ ਨਹੀਂ ਗਾਇਆ ਅਤੇ ਮੈਂ ਹਿੰਦੀ ਕਦੇ ਨਹੀਂ ਗਾਇਆ। ਸੋ ਅਸੀਂ ਇਕੱਠੇ ਕਦੇ ਨਹੀਂ ਗਾਇਆ। ਉੱਦਾਂ ਹੈ ਵੀ ਇੱਕ ਸਟੇਜ 'ਤੇ ਉਹਨਾਂ ਨੇ ਹਿੰਦੀ ਗਾਇਆ, ਮੈਂ ਪੰਜਾਬੀ ਗਾਇਆ, ਇੱਦਾਂ ਤਾਂ ਬਹੁਤ ਪਰਫੋਰਮ ਕੀਤਾ, ਪਰ ਫਿਲਮ 'ਚ ਕਿਸੇ 'ਚ ਨਹੀਂ ਗਾਇਆ। ਮੈਡਮ ਇੱਕ ਸਵਾਲ ਇਹ ਹੈ, ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਲੋਕ ਗਾਇਕੀ ਵਿੱਚ ਕੀ ਨਾਮ ਜਾਂ ਸ਼ੌਹਰਤ ਜਾਂ ਦੌਲਤ ਕਮਾਇਆ ਜਾ ਸਕਦਾ ਹੈ, ਆਪਣੇ ਘਰ ਦਾ ਵਧੀਆ ਗੁਜ਼ਾਰਾ ਹੋ ਸਕਦਾ ਹੈ ਅੱਜ ਦੇ ਸਮੇਂ ਵਿੱਚ? ਹੋ ਸਕਦਾ ਹੈ, ਕੋਈ ਕੰਮ ਨਹੀਂ ਜਿਹੜਾ ਔਖਾ ਹੈ ਨਾ। ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਥੋੜ੍ਹਾ ਜਿਹਾ ਲੋਕਾਂ ਨੂੰ ਆਪਣੇ ਵੱਲ ਫਿਰ ਖਿੱਚਣਾ ਪਏਗਾ ਵੀ ਨਹੀਂ ਤੁਸੀਂ ਇਹ ਦੇਖੋ, ਹੈ ਨਾ। ਕੁਛ ਦੇਖਣਗੇ, ਕੁਛ ਨਹੀਂ ਦੇਖਣਗੇ, ਪਰ ਦੇਖੋ ਅਸੀਂ ਵੀ ਚਲਾਇਆ। ਮੈਂ ਵੀ ਅੱਜ ਇਸ ਘਰ 'ਚ ਬੈਠੀ ਹਾਂ, ਇਹਦੀ ਬਦੌਲਤ ਹੀ ਬੈਠੀ ਹਾਂ। ਅਸੀਂ 0 ਤੋਂ ਉੱਠੇ ਹਾਂ ਜੀ। ਹਾਂਜੀ, ਇਹ ਮੇਰੇ ਅਤੇ ਮੇਰੇ ਹਸਬੈਂਡ ਦੀ ਮਿਹਨਤ ਹੈ। ਹਾਂਜੀ, ਅਤੇ ਮੇਰੇ ਬੱਚੇ USA ਸੈਟਲ ਨੇ, ਸਾਰੀ ਫੈਮਿਲੀ USA ਸੈਟਲ ਹੈ। ਇਹ ਸਾਡੀ ਮਿਹਨਤ ਦੀ ਬਦੌਲਤ ਹੈ ਜੀ। ਅੱਜ ਵੀ ਜੇ ਅਸੀਂ ਮਿਹਨਤ ਕਰੀਏ ਤਾਂ ਸਭ ਕੁਝ ਹੋ ਸਕਦਾ ਹੈ। ਹਾਂਜੀ, ਜੋ ਅੱਜ ਟ੍ਰੈਂਡ ਚੱਲ ਰਿਹਾ ਸੰਗੀਤ ਦਾ, ਸਿੰਗਿੰਗ ਦਾ, ਅਗਰ ਉਹਦੇ ਵਿੱਚ ਵੀ ਫੋਕ ਗੀਤ ਨੂੰ ਲੈ ਕੇ ਉਸ ਟਾਈਪ ਨਾਲ ਗਾਇਆ ਜਾਏ ਤਾਂ ਚੱਲੇਗਾ, ਕਿਉਂ ਨਹੀਂ ਚੱਲੇਗਾ। ਬਿਲਕੁਲ, ਹਾਂਜੀ। ਮੈਮ ਬਹੁਤ ਸਾਰੇ ਇਸ ਸਮੇਂ ਹੋਣਗੇ ਦਰਸ਼ਕ ਜੋ ਤੁਹਾਨੂੰ ਸੁਣ ਰਹੇ ਹੋਣਗੇ, ਉਹਨਾਂ ਵਿੱਚੋਂ ਕਈ ਨੌਜਵਾਨ ਜੋ ਹੈ ਉਹ ਲੋਕ ਗਾਇਕੀ ਵਿੱਚ ਆਉਣਾ ਚਾਹੁੰਦੇ ਨੇ। ਉਹਨਾਂ ਨੂੰ ਕੋਈ ਟਿਪਸ ਦਿਓ ਕਿ ਜੇਕਰ ਅਸੀਂ ਲੋਕ ਗਾਇਕੀ ਵਿੱਚ ਲੰਬੇ ਸਮੇਂ ਤੱਕ ਟਿਕਣਾ ਹੈ ਤਾਂ ਕਿਵੇਂ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਅਤੇ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਹੈ? ਦੇਖੋ, ਸਭ ਤੋਂ ਪਹਿਲਾਂ ਸਿੱਖਣਾ ਜ਼ਰੂਰੀ ਹੈ ਜੀ। ਮਿਊਜ਼ਿਕ ਇੱਕ ਬਿਲਡਿੰਗ ਬਣਾਉਂਦੇ, ਜੇ ਉਹਦੀ ਨੀਹਾਂ ਨਹੀਂ ਪੱਕੀਆਂ, ਬਿਲਡਿੰਗ ਨਹੀਂ ਖੜੀ ਹੋ ਸਕਦੀ, ਹੈ ਨਾ। ਇਸੇ ਤਰ੍ਹਾਂ ਸਾਡਾ ਸੰਗੀਤ ਹੈ। ਜੇ ਤੁਸੀਂ ਸਿੱਖਦੇ ਨਹੀਂ, ਤੁਹਾਨੂੰ ਸਾਹ ਲਾਉਣਾ ਵੀ ਨਹੀਂ ਆਉਂਦਾ, ਸਿੱਧੀ ਤੁਸੀਂ ਬੰਦੂਕਾਂ ਵਾਲੇ ਗੀਤ ਗਾਉਣ ਲੱਗ ਗਏ, ਹੈ ਨਾ। ਮੈਂ ਕੋਈ ਪਰਟੀਕੂਲਰ ਕਿਸੇ ਨੂੰ ਨਹੀਂ ਕਹਿ ਰਹੀ, ਹੈ ਨਾ। ਮੈਂ ਸਭ ਨੂੰ ਕਹਿ ਰਹੀ ਹਾਂ, ਨਵੀਂ ਪੀੜ੍ਹੀ ਨੂੰ ਕਹਿ ਰਹੀ ਹਾਂ ਵੀ ਤੁਸੀਂ ਸਿੱਖੋ, ਪਹਿਲਾਂ ਰਿਆਜ਼ ਕਰੋ, ਮਿਹਨਤ ਕਰੋ, ਇਹਨੂੰ ਬਿਲਕੁਲ ਆਪਣਾ ਗਲੇ ਨੂੰ ਪਕਾਓ, ਫਿਰ ਇਸ ਫੀਲਡ 'ਚ ਆਓ, ਹੈ ਨਾ। ਬਿਲਕੁਲ ਤਿਆਰੀ ਨਾਲ ਆਓ, ਤਿਆਰ ਹੋ ਕੇ ਆਓ। ਸਰਤਾਜ ਨਹੀਂ ਗਾ ਰਹੇ, ਕਿੰਨਾ ਅੱਛਾ ਗਾ ਰਹੇ, ਲੋਕ ਸੁਣ ਰਹੇ ਹੈ ਨਾ। ਹਾਂ, ਸੋ ਕਿਉਂ ਨਹੀਂ ਸੁਣਨਗੇ ਲੋਕ? ਜੇ ਚੰਗੀ ਗੱਲ ਹੋਏਗੀ ਤਾਂ ਲੋਕ ਸੁਣਨਗੇ। ਸੋ ਮੈਂ ਨਵੀਂ ਪੀੜ੍ਹੀ ਨੂੰ ਇਹੀ ਕਹੂੰਗੀ ਵੀ ਇਹ ਨਾ ਸੋਚੋ ਰਾਤੀ ਸੁਪਨਾ ਵੇਖਿਆ ਸਿੰਗਰ ਬਣਨ ਦਾ ਅਤੇ ਸਵੇਰੇ ਸਿੰਗਰ ਬਣ ਗਏ, ਇੱਦਾਂ ਨਾ ਸੋਚੋ।
ਇਹ ਬਹੁਤ ਤਪੱਸਿਆ ਵਾਲਾ ਕੰਮ ਹੈ। ਅਸੀਂ ਅਜੇ ਤੱਕ ਸਿੱਖਦੇ ਹਾਂ, ਮੈਂ ਅਜੇ ਵੀ ਰਿਆਜ਼ ਕਰਦੀ ਹਾਂ। ਹਾਂਜੀ, ਮੈਂ ਅਜੇ ਵੀ ਹੁਣ 2 ਮਹੀਨੇ ਮੈਂ ਬਿਮਾਰ ਰਹੀ, ਨਹੀਂ ਕੀਤਾ ਤਾਂ ਹੁਣ ਕੱਲ੍ਹ ਪਰਸੋਂ ਫਿਰ ਚੁੱਕਿਆ ਹਾਰਮੋਨੀਅਮ। ਹਾਂ, ਸੋ ਇਹ ਤਪੱਸਿਆ ਹੈ, ਮਿਹਨਤ ਜ਼ਰੂਰ ਕਰਨੀ ਚਾਹੀਦੀ, ਮਿਹਨਤ ਕਰਕੇ ਹੀ ਆਉਣਾ ਚਾਹੀਦਾ। ਮੈਮ ਕੋਈ ਜਿਹਨੂੰ ਕਹਿੰਦੇ ਹੁੰਦੇ ਆ ਵੀ ਕੌੜੇ ਅਨੁਭਵ, ਉਹ ਵੀ ਰਹੇ ਆ ਇਸ ਖੇਤਰ ਵਿੱਚ ਤੁਹਾਡੇ ਕਿਸੇ ਵੀ ਨਾਲ, ਚਾਹੇ ਫਿਲਮੀ ਸਫ਼ਰ ਵਿੱਚ, ਚਾਹੇ ਤੁਸੀਂ ਸਟੇਜਾਂ 'ਤੇ ਬਹੁਤ ਜ਼ਿਆਦਾ ਪਰਫਾਰਮੈਂਸ ਵਧੀਆ ਦਿੱਤੀ ਹੈ, ਕਦੇ ਅਜਿਹਾ ਹੋਇਆ ਹੈ ਕਿ ਕੋਈ ਅਜਿਹੀ ਵਾਰਦਾਤ ਹੋਈ ਹੋਵੇ, ਕੋਈ ਘਟਨਾ ਜਾਂ ਕੋਈ ਕਿੱਸਾ ਹੋਇਆ ਹੋਵੇ ਜਿਹਨੇ ਤੁਹਾਡੇ ਦਿਲ ਨੂੰ ਠੇਸ ਪਹੁੰਚਾਈ ਹੋਵੇ? ਬੜੀ ਵਾਰ ਹੁੰਦਾ ਹੈ, ਕਈ ਵਾਰ ਗਲਤ ਅਨਸਰ ਵੀ ਹੁੰਦੇ, ਕੁਛ ਲੋਕ ਗਲਤ ਹੁੰਦੇ, ਗਲਤ ਨਿਗਾਹਾਂ ਨਾਲ ਵੀ ਦੇਖਦੇ ਆ। ਇੱਕ ਵਾਕਿਆ ਮੈਨੂੰ ਯਾਦ ਹੈ, ਅਸੀਂ ਭਵਾਨੀਗੜ੍ਹ ਪਟਿਆਲਾ ਤੋਂ ਅੱਗੇ ਹੈ, ਅਸੀਂ ਉੱਥੇ ਪ੍ਰੋਗਰਾਮ ਕਰਨ ਗਏ ਅਤੇ ਮੈਂ ਪ੍ਰੋਗਰਾਮ ਪਿੰਡਾਂ 'ਚ ਕਦੇ ਨਹੀਂ ਕੀਤੇ, ਮੈਂ ਸ਼ਹਿਰਾਂ 'ਚ ਹੀ ਕਰਦੀ ਰਹੀ ਪ੍ਰੋਗਰਾਮ। ਸੋ ਉੱਥੇ ਮੈਂ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ, ਇੱਕ ਬਜ਼ੁਰਗ ਆਏ, ਮੈਨੂੰ ਕਹਿੰਦੇ ਮਲਕੀ ਕੀਮਾ ਸੁਣਾਓ। ਮੈਨੂੰ ਨਹੀਂ ਪਤਾ ਸੀ ਮਲਕੀ ਕੀਮਾ ਕੀ ਹੈ। ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਤਾਂ ਨਹੀਂ ਆਉਂਦਾ, ਹੈ ਨਾ। ਉਹਨਾਂ ਮੈਨੂੰ ਟੁੱਟ ਕੇ ਪੈ ਗਿਆ, ਜੋ ਤੈਨੂੰ ਆਉਂਦਾ ਨਹੀਂ ਤੂੰ ਗਾਣ ਵਾਲੀ ਕਿੱਥੋਂ? ਹਾਂ, ਤੂੰ ਸਟੇਜ 'ਤੇ ਖੜੀ ਕਿਵੇਂ, ਉੱਤਰ ਥੱਲੇ। ਹਾਂ, ਤੈਨੂੰ ਕਿਹਨੇ ਬੁਲਾਇਆ? ਇਹ ਤੈਨੂੰ ਇਹ ਨਹੀਂ ਪਤਾ ਬਲਕਿ ਕੀਮਾ ਕੀ ਹੈ? ਅੱਛਾ, ਮੈਂ ਉੱਥੇ ਫੁੱਟ ਕੇ ਰੋਈ ਵੀ ਹਾਂ ਮੇਰੀ ਅੱਜ ਕਿੰਨੀ ਇਨਸਲਟ ਹੋਈ ਸਟੇਜ ਦੇ ਉੱਪਰ ਖੜੀ ਦੀ। ਫਿਰ ਉਸ ਤੋਂ ਬਾਅਦ ਮੈਨੂੰ ਲੋਕੀ ਜਿਨ੍ਹਾਂ ਦੇ ਘਰ ਸੀਗੇ ਸੀ, ਉਹ ਕਹਿੰਦੇ ਨਹੀਂ ਤੁਸੀਂ ਗਾਓ, ਔਰ ਮੇਰੇ ਤੋਂ ਗਾਇਆ ਨਾ ਜਾਏ। ਮੈਂ ਰੂਗ ਭਰ ਕੇ ਗਾਇਆ, ਮੈਂ 2-4 ਗੀਤ ਗਾ ਕੇ ਉਹਨਾਂ ਨੂੰ ਕਿਹਾ ਬੇਸ਼ੱਕ ਤੁਸੀਂ ਮੇਰੇ ਪੇਮੈਂਟ ਨਾ ਦਿਓ, ਮੈਂ ਨਹੀਂ ਗਾ ਸਕਦੀ। ਹਾਂ, ਅੱਜ ਮੇਰਾ ਇੰਨਾ ਗਲਾ ਭਰਿਆ। ਫਿਰ ਮੈਂ ਜਦੋਂ ਘਰ ਆਈ, ਆ ਕੇ ਸਭ ਤੋਂ ਪਹਿਲਾਂ ਮੈਂ ਮਲਕੀ ਕੀਮਾ ਤਿਆਰ ਕੀਤਾ ਜੀ। ਫਿਰ ਮੈਂ ਫੋਕ ਦੇ ਹੋਰ ਕੱਢੇ, ਜੋ ਕੱਢ ਸਕਦੀ ਸੀ ਸਾਰੇ ਮੈਂ ਤਿਆਰੀਆਂ ਕੀਤੀਆਂ ਵੀ ਨਹੀਂ ਕਿਤੇ ਇਹੋ ਜਿਹੀ ਪੋਜੀਸ਼ਨ ਨਹੀਂ ਹੋਣੀ ਚਾਹੀਦੀ। ਹਾਂਜੀ ਮੈਮ, ਜਿਵੇਂ ਤੁਸੀਂ ਕਿਹਾ ਹੈ ਕਿ ਬਹੁਤ ਸਾਰੇ ਅਜਿਹੇ ਅਨੁਭਵ ਹੁੰਦੇ ਨੇ ਜਦੋਂ ਤੁਹਾਡੇ ਦਿਲ ਨੂੰ ਠੇਸ ਲੱਗਦੀ ਸੀ, ਫਿਰ ਕਿਵੇਂ ਆਪਣੇ ਆਪ ਨੂੰ ਸੰਭਾਲ ਲੈਂਦੇ ਸੀ? ਕਿਉਂਕਿ ਅਕਸਰ ਅਜਿਹਾ ਹੁੰਦਾ ਹੈ ਕਿ ਪਬਲਿਕਲੀ ਜੇ ਕੋਈ ਸਾਡੀ ਇਨਸਲਟ ਕਰਦਾ ਹੈ ਜਾਂ ਪਬਲਿਕਲੀ ਸਾਨੂੰ ਕੁਝ ਮਾੜੇ ਸ਼ਬਦ ਬੋਲਦਾ ਹੈ, ਅਤੇ ਉਹ ਕਿੰਨੀ ਦੇਰ ਤੱਕ ਸਾਡੇ ਕੰਨਾਂ ਵਿੱਚ, ਸਾਡੇ ਦਿਲੋਂ ਦਿਮਾਗ ਵਿੱਚ ਗੂੰਜਦੇ ਰਹਿੰਦੇ ਨੇ, ਅਤੇ ਆਪਣੇ ਆਪ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਹੈ। ਕਿਵੇਂ ਸੰਭਾਲਦੇ ਸੀ? ਦੇਖੋ, ਮੈਨੂੰ ਅੱਜ ਵੀ ਯਾਦ ਉਹ ਗੱਲ ਵੀ ਕਿਸੇ ਨੇ ਮੈਨੂੰ ਇਹ ਕਿਹਾ ਸੀ ਮੈਨੂੰ, ਹੈ ਨਾ। ਸੋ ਇੱਕ ਤਾਂ ਮੇਰਾ ਇਹ ਜਨੂਨ ਸੀ, ਮੈਨੂੰ ਜਨੂਨ ਦੇ ਹੱਦ ਤੱਕ ਸੀਗਾ ਗਾਣਾ, ਮੇਰੇ ਰਗ ਦੇ ਵਿੱਚ ਸੀਗਾ ਗਾਣਾ। ਸੋ ਇਹ ਤਾਂ ਮੈਂ ਛੱਡਣਾ ਨਹੀਂ ਸੀ ਇੱਕ ਬੰਦੇ ਦੇ ਕਹਿਣ 'ਤੇ ਵੀ ਜੇ ਉਹਨੇ ਮੈਨੂੰ ਕੁਝ ਕਹਿਤਾ, ਸਗੋਂ ਆਪਣੇ ਆਪ ਨੂੰ ਹੋਰ ਇੰਪਰੂਵ ਕਰੋ, ਜੋ ਤੁਹਾਡੀ 'ਚ ਕਮੀ ਉਹਨੂੰ ਪੂਰਾ ਕਰ ਲਓ ਤਾਂ ਕਿ ਤੁਹਾਨੂੰ ਅੱਗੋਂ ਕੁਝ ਕੋਈ ਨਾ ਕਵੇ। ਫਿਰ ਜਦੋਂ ਤੁਹਾਨੂੰ ਬੜੀ ਜਗ੍ਹਾ ਤੁਸੀਂ ਗਾਉਂਦੇ ਹੋ, ਲੋਕ ਇਕੱਠੇ ਹੋ ਜਾਂਦੇ, ਤੁਹਾਨੂੰ ਐਪਰੀਸ਼ੀਏਟ ਕਰਦੇ ਆ, ਉਦੋਂ ਸਭ ਭੁੱਲ ਜਾਂਦਾ ਵੀ ਕਿਸੇ ਨੇ ਕੁਝ ਕਿਹਾ ਸੀ। ਸੋ ਇੱਦਾਂ ਵੀ ਹੈ। ਮੈਮ, ਭਵਿੱਖ ਵਿੱਚ ਕੀ ਸੋਚਦੇ ਹੋ? ਕੀ ਕੋਈ ਪਲਾਨ ਕੀਤਾ ਹੈ ਕਿ ਕੋਈ ਸੁਪਨਾ ਵੇਖਿਆ ਹੈ ਕਿ ਲੋਕ ਗਾਇਕੀ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੁਝ ਅਜਿਹਾ ਕਰਾਂਗੇ? ਹੁਣ ਤਾਂ ਮੈਂ ਆਪਣੇ ਬੱਚਿਆਂ 'ਚ ਹੀ ਦੇਖਦੀ ਹਾਂ ਜੀ, ਮੈਂ ਆਪਣੀ ਬੇਟੀ 'ਚ ਦੇਖਦੀ ਹਾਂ, ਉਹਨੂੰ ਕਹਿੰਦੀ ਹਾਂ ਉਹਨੂੰ ਮੈਂ ਗਾਈਡ ਕਰਦੀ ਰਹਿੰਦੀ ਹਾਂ, ਤੂੰ ਆ ਗਾ, ਤੂੰ ਇਹ ਗਾ, ਤੂੰ ਉਹ ਗਾ, ਇਹ ਨਾ ਗਾ। ਉਹ ਵੀ ਲੇਡੀ ਸੰਗੀਤ ਕਰਦੀ ਹੈ, ਉਹ ਵੀ ਫੋਕ ਗਾਉਂਦੀ ਹੈ, ਕਲਾਸੀਕਲ ਵੀ ਗਾਉਂਦੀ ਹੈ, ਹਿੰਦੀ ਵੀ ਗਾਉਂਦੀ ਹੈ, ਗਜ਼ਲ ਵੀ ਗਾਉਂਦੀ ਹੈ, ਸੂਫੀ ਵੀ ਗਾਉਂਦੀ ਹੈ, ਅਤੇ ਸਭ ਕੁਝ ਗਾਉਂਦੀ ਹੈ। ਅਤੇ ਮੈਂ ਉਹਦੇ ਵਿੱਚ ਹੀ ਹੁਣ ਆਪਣੇ ਆਪ ਨੂੰ ਦੇਖਦੀ ਹਾਂ। ਸੋ ਹੁਣ ਮੈਂ ਬਹੁਤ ਕਰ ਲਿਆ ਜ਼ਿੰਦਗੀ 'ਚ, ਬਹੁਤ ਕਰ ਲਿਆ। ਹੁਣ ਐਂ ਲੱਗਦਾ ਬਸ ਬੈਠ ਕੇ ਰਿਆਜ਼ ਕਰੋ, ਆਪਣਾ ਸ਼ਬਦ ਗਾਓ ਅਤੇ ਰੈਸਟ ਕਰੋ। ਮੈਮ, ਲੋਕ ਗਾਇਕੀ ਦਾ ਭਵਿੱਖ ਕੀ ਵੇਖਦੇ ਹੋ ਤੁਸੀਂ? ਦੇਖੋ, ਫਿਲਹਾਲ ਤਾਂ ਅਜੇ ਕੁਝ ਨਹੀਂ ਦਿਸ ਰਿਹਾ, ਪਰ ਦੌਰ ਆਏਗਾ, ਕੋਈ ਨਾ ਕੋਈ ਲਿਆਏਗਾ। ਹਾਂ, ਕੋਈ ਨਾ ਕੋਈ ਲਿਆਏਗਾ। ਮੈਂ ਤਾਂ ਚਾਹੁੰਦੀ ਮੇਰੀ ਪੀੜ੍ਹੀ ਉਹ ਲਿਆਵੇ ਅੱਗੋਂ। ਮੇਰੀ ਬੇਟੀ ਗਾ ਰਹੀ ਹੈ, ਮੇਰਾ ਬੇਟਾ ਵੀ ਗਾ ਲੈਂਦਾ ਹੈ, ਔਰ ਮੈਂ ਕਹਿੰਦੀ ਮੇਰੀਆਂ ਪੋਤੀਆਂ ਨੇ 2, ਉਹ ਵੀ ਗਾਣਗੀਆਂ, ਤਾਂ ਉਹਨਾਂ ਨੂੰ ਮੈਂ ਕਹਾਂਗੀ ਤੁਸੀਂ ਇਹੀ ਗਾਓ, ਤੁਸੀਂ ਫੋਕ ਗਾਓ, ਤੁਸੀਂ ਇੱਧਰਲੇ ਪਾਸੇ ਨਾ ਚੱਲਿਓ, ਤੁਸੀਂ ਫੋਕ ਹੀ ਗਾਓ, ਤਾਂ ਕਿ ਤੁਸੀਂ ਦੱਸ ਸਕੋ ਵੀ ਸਾਡੀ ਵੀ ਦਾਦੀ ਕੁਝ ਗਾਉਂਦੀ ਸੀ, ਅਤੇ ਨਵੀਂ ਜਨਰੇਸ਼ਨ ਨੂੰ ਵੀ ਦੱਸਿਓ ਵੀ ਇਹ ਫੋਕ ਹੈ। ਵਾਕਈ ਹੀ ਦੋਸਤੋ, ਲੋਕ ਗੀਤਾਂ ਵਿੱਚ ਜਿੱਥੇ ਰਿਸ਼ਤਿਆਂ ਦੀ ਮਿਠਾਸ ਹੁੰਦੀ ਹੈ, ਉੱਥੇ ਕਿਤੇ ਨਾ ਕਿਤੇ ਇੱਕ ਮੇਨਾ ਵੀ ਹੋ ਜਾਂਦਾ ਹੈ, ਅਤੇ ਬੜੇ ਪਿਆਰ ਦੇ ਨਾਲ ਹੀ ਲੋਕ ਗੀਤਾਂ ਦੇ ਵਿੱਚ ਹਰ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ, ਜਿਸ ਦੇ ਨਾਲ ਕਿਸੇ ਨੂੰ ਠੇਸ ਵੀ ਨਹੀਂ ਲੱਗਦੀ, ਅਤੇ ਆਪਣੀ ਗੱਲ ਜਿਹੜੀ ਹੈ ਦੂਜੇ ਤੱਕ ਪਹੁੰਚਾ ਵੀ ਦਿੱਤੀ ਜਾਂਦੀ ਹੈ। ਮੈਡਮ ਨੇ ਆਪਣਾ ਸਮਾਂ ਦਿੱਤਾ, ਵਾਕਈ ਹੀ ਮੈਡਮ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ, ਚੰਗਾ ਵੇਖੋ, ਚੰਗਾ ਸੁਣੋ, ਚੰਗਾ ਗਾਓ, ਅਤੇ ਚੰਗੀਆਂ ਗੱਲਾਂ ਲੋਕਾਂ ਨੂੰ ਦੱਸੋ ਜੀ।
ਵਾਕਈ ਹੀ ਬਹੁਤ ਖੂਬਸੂਰਤ ਮੈਡਮ ਨੇ ਸੰਦੇਸ਼ ਦਿੱਤਾ ਹੈ। ਚੰਗਾ ਸੁਣਨਾ ਚਾਹੀਦਾ ਹੈ। ਮੈਡਮ ਚੰਗਾ ਗਾ ਰਹੇ ਨੇ, ਹੋਰ ਵੀ ਬਹੁਤ ਸਾਰੇ ਲੋਕ ਜੋ ਚੰਗਾ ਗਾ ਰਹੇ ਨੇ। ਜ਼ਰੂਰਤ ਹੈ ਕਿ ਅਸੀਂ ਸੁਣੀਏ ਵੀ ਉਹਨਾਂ ਨੂੰ, ਤਾਂ ਜੋ ਉਹਨਾਂ ਦੀ ਜੋ ਮਿਹਨਤ ਹੈ ਉਹ ਰੰਗ ਲੈ ਕੇ ਆਵੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਮਿਲਾਂਗੇ। ਧੰਨਵਾਦ।